ਬੱਚਿਓ ਅੱਜ ਦੀ ਲਾਈਵ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਸਵਾਗਤ ਹੈ। ਸੋ ਜਿੱਦਾਂ ਬੱਚੇ ਜੁਆਇਨ ਕਰ ਲੈਂਦੇ ਤਾਂ ਫਿਰ ਆਪਾਂ ਆਪਣੀ ਜਿਹੜੀ ਕਲਾਸ ਸੋ ਕੱਲ ਦੀ ਜਦੋਂ ਮੈਂ ਲਾਈਵ ਕਲਾਸ ਲਗਾਈ ਸੀ ਉਹਦੇ ਵਿੱਚ ਅਸੀਂ ਡਿਸਕਸ ਕੀਤਾ ਸੀ, ਤੁਹਾਡੀਆਂ ਪ੍ਰੋਬਲਮਸ ਡਿਸਕਸ ਕੀਤੀਆਂ ਸੀਗੀਆਂ ਕੱਲ। ਸੋ ਪ੍ਰੋਬਲਮ ਡਿਸਕਸ ਕਰਨ ਤੋਂ ਬਾਅਦ ਇੱਕ ਜਿਹੜਾ ਵਿਸ਼ੇ ਸਾਹਮਣੇ ਆਇਆ ਕਿ ਜਿਹੜਾ ਆਪਾਂ ਸੈਂਟਰ ਸਟੇਟ ਰਿਲੇਸ਼ਨ ਵਾਲਾ ਟੌਪਿਕ ਕਰ ਰਹੇ ਹਾਂ, ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਵਾਲਾ ਜਿਹੜੇ ਵਿਸ਼ੇ ਕਰ ਰਹੇ ਹਾਂ, ਉਹਦੇ ਵਿੱਚ ਤਿੰਨ ਆਧਾਰ ਉੱਤੇ ਅਸੀਂ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਦਾ ਅਧਿਐਨ ਕਰਦੇ ਹਾਂ। ਐਡਮਿਨਿਸਟ੍ਰੇਟਿਵ ਰਿਲੇਸ਼ਨ ਹੁੰਦੇ ਆ, ਫਿਰ ਲੈਜਿਸਲੇਟਿਵ ਰਿਲੇਸ਼ਨ ਹੁੰਦੇ ਆ, ਫਿਰ ਜਿਹੜੇ ਆ ਫਾਈਨੈਂਸ਼ੀਅਲ ਰਿਲੇਸ਼ਨ ਹੁੰਦੇ। ਮੈਂ ਕੱਲ ਤੁਹਾਨੂੰ ਇਸ ਸੰਬੰਧ ਦੇ ਵਿੱਚ ਜਿਹੜਾ ਇੱਕ ਰਿਕਾਰਡਡ ਵੀਡੀਓ ਹੈ ਉਹ ਵੀ ਪਾਇਆ ਸੀ। ਸੋ ਸਭ ਨਾਲੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਜਿਹੜੇ ਵਿਸ਼ੇ ਹੈ, ਕਿਹੜੇ ਸਰੋਤ ਹੈ, ਆਮਦਨੀ ਦੇ ਸਰੋਤ ਕਿਹੜੇ ਹੈ। ਸਟੇਟ ਗਵਰਨਮੈਂਟ ਨੂੰ ਜਿਹੜੀਆਂ ਪ੍ਰਾਂਤੀय ਸਰਕਾਰਾਂ ਹੈ ਉਹਨਾਂ ਨੂੰ ਆਮਦਨੀ ਕਿੱਥੋਂ ਆਉਂਦੀ ਹੈ, ਪਰ ਜਿਹੜੀ ਕੇਂਦਰੀ ਸਰਕਾਰ ਹੈ ਉਹਨੂੰ ਆਮਦਨੀ ਕਿੱਥੋਂ ਆਉਂਦੀ ਹੈ। ਇਹ ਸੋ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ। ਕਿਸੇ ਨੂੰ ਪਤਾ ਹੈ ਆਮਦਨੀ ਕਿੱਥੋਂ ਆਉਂਦੀ ਹੈ? ਕੇਂਦਰ ਸਰਕਾਰ ਨੂੰ ਕਿਹੜੇ ਸਰੋਤਾਂ ਤੋਂ ਆਮਦਨੀ ਆਉਂਦੀ ਹੈ, ਕਿਸੇ ਨੂੰ ਪਤਾ ਹੈ? ਹਾਂਜੀ, 1751 ਤੁਹਾਨੂੰ ਪਤਾ ਹੈ ਕਿ ਕਿੱਥੋਂ ਆਮਦਨੀ ਆਉਂਦੀ ਕੇਂਦਰ ਸਰਕਾਰ ਨੂੰ? ਹਾਂਜੀ ਦੱਸੋ। 1737 ਕਾਜਲ ਤੁਹਾਨੂੰ ਪਤਾ? 1706 ਆਰਤੀ ਸੈਣੀ ਤੁਹਾਨੂੰ ਪਤਾ ਹੈ? ਦੇਖੋ ਜੀ, ਜੇ ਲਾਈਵ ਕਲਾਸ ਲਾਣੀ ਉਹਦੇ ਵਿੱਚ ਬੋਲਿਆ ਕਰੋ, ਇਸ ਤਰ੍ਹਾਂ ਨਹੀਂ ਮਜ਼ਾ ਆਉਂਦਾ ਲਾਈਵ ਕਲਾਸ ਦਾ। ਮਤਲਬ ਤੁਸੀਂ ਚੁੱਪ ਕਰਕੇ ਜਿਹੜਾ ਬਹਿ ਗਏ ਆ, ਇਸ ਤਰ੍ਹਾਂ ਨਹੀਂ ਮਜ਼ਾ ਆਉਣਾ ਲਾਈਵ ਕਲਾਸ। ਜਦੋਂ ਕਿਸੇ ਟੌਪਿਕ ਨੂੰ ਆਪਾਂ ਸਮਝਣਾ ਹੈ, ਉਹਨੂੰ ਚੰਗੀ ਤਰ੍ਹਾਂ ਸਮਝਣਾ ਹੈ, ਤਾਂ ਉਹਦੇ ਲਈ ਡਿਸਕਸ਼ਨ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ 1737 ਰੋਲ ਨੰਬਰ ਕਾਜਲ। ਹਾਂਜੀ ਸਰ। ਆਮਦਨੀ ਦੇ ਸਰੋਤ ਕਿਹੜੇ ਕੇਂਦਰ ਸਰਕਾਰ ਦੇ? ਪਤਾ ਤੁਹਾਨੂੰ ਕਿ ਨਹੀਂ? ਸਰ ਨਹੀਂ ਪਤਾ। ਠੀਕ ਹੈ ਜੀ। ਹੁਣ ਇਨਕਮ ਟੈਕਸ ਬਾਰੇ ਸੁਣਿਆ ਤੁਸੀਂ? ਆਮਦਨੀ ਕਰ ਜਿਹਨੂੰ ਕਹਿੰਦੇ ਆ ਆਪਾਂ। ਜਿਹਨਾਂ ਦੇ ਪੇਰੈਂਟਸ ਨੌਕਰੀ ਕਰਦੇ ਆ ਉਹਨਾਂ ਨੂੰ ਆਮਦਨੀ ਕਰ ਬਾਰੇ ਪਤਾ ਹੋਣਾ ਕਿ ਆਮਦਨੀ ਕਰ ਕੀ ਹੁੰਦਾ। ਜਿਹੜੀ ਤੁਹਾਨੂੰ ਇਨਕਮ ਹੁੰਦੀ ਹੈ ਉਹਦੇ ਉੱਤੇ ਜਿਹੜਾ ਟੈਕਸ ਲੱਗਦਾ ਹੈ ਉਹਨੂੰ ਅਸੀਂ ਆਮਦਨੀ ਕਰ ਕਹਿੰਦੇ ਹਾਂ। ਫਿਰ ਸੰਪत्ति ਕਰ ਹੁੰਦਾ ਹੈ, ਜਿਹੜਾ ਕਿ ਜਿਹੜੀ ਤੁਸੀਂ ਪ੍ਰਾਪਰਟੀ ਖਰੀਦਦੇ ਆ, ਪ੍ਰਾਪਰਟੀ ਟੈਕਸ ਤੁਹਾਨੂੰ ਜਿਹੜਾ ਹੈਗਾ ਉਹ ਭਰਨਾ ਪੈਂਦਾ। ਸੋ ਮੈਂ ਹੁਣ ਤੁਹਾਨੂੰ ਇਹ ਦੱਸੂਗਾ ਕਿ ਕੇਂਦਰ ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ ਹੈ ਔਰ ਉਹਦੇ ਕੋਲ ਕਿਹੜੇ ਆਮਦਨੀ ਦੇ ਸਰੋਤ ਹੈ। ਪਹਿਲਾ ਜਿਹੜਾ ਆਮਦਨੀ ਦਾ ਸਰੋਤ ਹੈਗਾ ਉਹ ਕਸਟਮ ਐਂਡ ਐਕਸਪੋਰਟ ਡਿਊਟੀ। ਕਸਟਮ ਹੁੰਦਾ ਹੈ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਮੰਗਵਾਉਂਦੇ ਹਾਂ, ਮਤਲਬ ਜਿਹੜੀਆਂ ਚੀਜ਼ਾਂ ਬਾਹਰਲੇ ਦੇਸ਼ਾਂ ਚੋਂ ਭਾਰਤ ਦੇ ਵਿੱਚ ਆਉਂਦੀਆਂ ਤਾਂ ਜਦੋਂ 에ਅਰਪੋਰਟ ਤੇ ਪਹੁੰਚਦੀਆਂ ਹੈ ਤਾਂ ਇੱਕ ਉਹਦੇ ਤੇ ਕਰ ਲਗਾਇਆ ਜਾਂਦਾ ਜਿਹਨੂੰ ਆਪਾਂ ਕਸਟਮ ਡਿਊਟੀ ਕਹਿੰਦੇ ਆ। ਉਹ ਕਸਟਮ ਡਿਊਟੀ ਜਿਹੜੀ ਹੈ ਉਹ ਇੱਕ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਸਰੋਤ ਹੈ। ਫਿਰ ਵਿਦਨ ਇੰਡੀਆ ਜਿਹੜਾ ਵਪਾਰ ਹੁੰਦਾ ਹੈ, ਜਿੱਦਾਂ ਆਪਾਂ ਸ਼ਰਾਬ ਦੀ ਗੱਲ ਕਰੀਏ ਜਾਂ ਹੋਰ ਕਿਸੇ ਚੀਜ਼ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਜਿਹੜੀ ਹੈ ਐਕਸਪੋਰਟ ਐਕਸਾਈਜ਼ ਡਿਊਟੀ ਲੱਗਦੀ, ਐਕਸਾਈਜ਼ ਲੱਗਦਾ। ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਲਿਕਰ ਦਾ ਰੇਟ ਹੈ ਜਾਂ ਸ਼ਰਾਬ ਦਾ ਜਿਹੜਾ ਰੇਟ ਹੈ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ। ਕਿਉਂਕਿ ਐਕਸਾਈਜ਼ ਦਾ ਫਰਕ ਹੈ, ਕਿਉਂਕਿ ਟੈਕਸ ਦਾ ਫਰਕ ਹੈ। ਕਿਸੇ ਸਟੇਟ ਦੇ ਵਿੱਚ ਸ਼ਰਾਬ ਉੱਤੇ ਜ਼ਿਆਦਾ ਟੈਕਸ ਹੈ, ਕਿਸੇ ਸਟੇਟ ਦੇ ਵਿੱਚ ਸ਼ਰਾਬ ਉੱਤੇ ਘੱਟ ਟੈਕਸ ਮਤਲਬ ਹੈ। ਇਹ ਵੀ ਜਿਹੜਾ ਕਰ ਹੈ ਸੈਂਟਰਲ ਗਵਰਨਮੈਂਟ ਲਗਾਉਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਜਿਹੜਾ ਕਰ ਹੈਗਾ ਹੈ ਉਹ ਹੈਗਾ ਇਨਕਮ ਟੈਕਸ। ਇਨਕਮ ਟੈਕਸ ਕੌਣ ਲਗਾਉਂਦਾ? ਕੇਂਦਰੀ ਸਰਕਾਰ ਇਨਕਮ ਟੈਕਸ ਜਿਹੜੀ ਹੈ ਲਗਾਉਂਦੀ। ਠੀਕ ਹੈ, ਜਿਹੜੀ ਤੁਹਾਨੂੰ ਇਨਕਮ ਹੁੰਦੀ, ਜਿੱਦਾਂ ਸੈਲਰੀਡ ਪਰਸਨ, ਜਿੱਦਾਂ ਅਸੀਂ ਜੌਬ ਕਰਦੇ ਹਾਂ ਤੇ ਸਾਨੂੰ ਜਿਹੜੀ ਸੈਲਰੀ ਮਿਲਦੀ ਹੈ ਹਰ ਮਹੀਨੇ ਉਹ ਸਾਨੂੰ ਇਨਕਮ ਟੈਕਸ ਕੱਟ ਕੇ ਮਿਲਦੀ। ਔਰ ਜਿਹੜਾ ਬਕਾਇਆ ਟੈਕਸ ਹੈ ਫਿਰ ਸਾਲ ਦੇ ਐਂਡ ਦੇ ਵਿੱਚ ਜਿਹੜਾ ਹੈ ਕੱਟ ਲਿਆ ਜਾਂਦਾ। ਸੋ ਇਹਨੂੰ ਆਪਾਂ ਕਹਿੰਦੇ ਆ ਇਨਕਮ ਟੈਕਸ।
ਉਸ ਤੋਂ ਬਾਅਦ ਅਗਲਾ ਜਿਹੜਾ ਟੈਕਸ ਹੈ ਜਿੱਥੋਂ ਕੇਂਦਰੀ ਸਰਕਾਰ ਨੂੰ ਇਨਕਮ ਹੁੰਦੀ ਹੈ ਉਹ ਹੈਗਾ ਕਾਰਪੋਰੇਸ਼ਨ ਟੈਕਸ। ਕਾਰਪੋਰੇਸ਼ਨ ਟੈਕਸ ਮਤਲਬ ਜਿਹੜੀਆਂ ਕਾਰਪੋਰੇਸ਼ਨਸ ਹੁੰਦੀਆਂ ਜਾਂ ਨਿਗਮਸ ਹੁੰਦੀਆਂ ਜਾਂ ਕਿਹੜੇ ਹੋਰ ਇੰਸਟੀਟਿਊਸ਼ਨਸ ਹੁੰਦੇ ਆ ਉਹਨਾਂ ਉੱਤੇ ਲੱਗਣ ਵਾਲਾ ਟੈਕਸ ਕੌਣ ਕਲੈਕਟ ਕਰਦਾ ਹੈ? ਕੇਂਦਰ ਸਰਕਾਰ ਲੈਂਦੀ ਹੈ। ਕੇਂਦਰ ਸਰਕਾਰ ਨੂੰ ਉੱਤੇ ਇਨਕਮ ਹੁੰਦੀ ਹੈ। ਫਿਰ ਜਿਹੜੀਆਂ ਵੱਡੀਆਂ ਜ਼ਮੀਨਾਂ ਹੈ ਜਿਨ੍ਹਾਂ ਨੂੰ ਆਪਾਂ ਸਟੇਟਸ ਕਹਿੰਦੇ ਆ। ਸਟੇਟ ਹੁੰਦੀ ਹੈ ਜਿਹੜੀ ਵੱਡੀ ਜ਼ਮੀਨ ਹੁੰਦੀ ਹੈ ਜਾਂ ਵੱਡੇ ਖੇਤ ਕਹਿ ਲਓ ਤੁਸੀਂ ਜਾਂ ਵੱਡੀਆਂ ਪ੍ਰਾਪਰਟੀ ਕੋਈ ਕਹਿ ਲਓ, ਉਹਨੂੰ ਆਪਾਂ ਸਟੇਟ ਕਹਿੰਦੇ ਆ। ਉਹਨਾਂ ਉੱਤੇ ਵੀ ਜਿਹੜਾ ਲੱਗਣ ਵਾਲਾ ਟੈਕਸ ਹੈ ਉਹ ਕੇਂਦਰੀ ਸਰਕਾਰ ਨੂੰ ਜਿਹੜਾ ਜਾਂਦਾ ਹੈ। ਫਿਰ ਐਕਸਾਈਜ਼ ਡਿਊਟੀ ਔਨ ਟਿਪਾਕੋ ਐਂਡ ਅਦਰ ਇੰਟੌਕਸੀਕੈਂਟਸ। ਟਿਪਾਕੋ ਦੇ ਨਾਲ ਸਿਗਰਟ ਜਿੱਦਾਂ ਹੋ ਗਈ, ਜਿੱਦਾਂ ਸ਼ਰਾਬ ਹੋ ਗਈ, ਹੋਰ ਜਿਹੜੀਆਂ ਨਸ਼ੀਲੀਆਂ ਵਸਤੂਆਂ ਹੈਗੀਆਂ ਉਹਨਾਂ ਉੱਤੇ ਜਿਹੜੀ ਕੇਂਦਰੀ ਸਰਕਾਰ ਹੈ ਐਕਸਾਈਜ਼ ਡਿਊਟੀ ਲਗਾਉਂਦੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲੇ ਵੀ ਦੱਸਿਆ। ਠੀਕ ਹੈ, ਇਹ ਕਾਰ ਵੀ ਜਿਹੜਾ ਹੈ ਕੇਂਦਰੀ ਸਰਕਾਰ ਕੋਲ, ਇਹ ਪੈਸਾ ਵੀ ਕੇਂਦਰੀ ਸਰਕਾਰ ਕੋਲ ਜਾਂਦਾ ਹੈ। ਫਿਰ ਟੈਕਸ ਔਨ ਸ਼ੇਅਰ ਮਾਰਕੀਟ ਐਂਡ ਸਟਾਕ। ਹੁਣ ਤੁਹਾਨੂੰ ਪਤਾ ਹੈ ਕਈ ਲੋਕ ਜਿਹੜੇ ਆ ਆਪਣੀ ਇਨਵੈਸਟਮੈਂਟ ਜਿਹੜੀ ਹੈ ਸਟਾਕ ਐਕਸਚੇਂਜ ਦੇ ਵਿੱਚ ਕਰਦੇ ਆ। ਸ਼ੇਅਰ ਮਾਰਕੀਟ ਹੁੰਦੀ ਹੈ ਜਿਹਦੇ ਵਿੱਚ ਆਪਾਂ ਸ਼ੇਅਰ ਨੂੰ ਖਰੀਦਦੇ ਅਤੇ ਵੇਚਦੇ ਆ। ਸੋ ਸ਼ੇਅਰ ਮਾਰਕੀਟ ਤੇ ਲੱਗਣ ਵਾਲਾ ਜਿਹੜਾ ਟੈਕਸ ਹੈ ਉਹ ਵੀ ਜਿਹੜਾ ਹੈਗਾ ਆਪਣੇ ਕੇਂਦਰੀ ਸਰਕਾਰ ਜਿਹੜੀ ਹੈ ਲੈਂਦੀ ਹੈ, ਮਤਲਬ ਉਹਦਾ ਇੱਕ ਆਮਦਨੀ ਦਾ ਸਰੋਤ ਹੈ। ਫਿਰ ਜਿਹੜਾ ਸਮਾਨ ਜਿਹੜਾ ਹੈਗਾ ਹੈ ਉਹ ਰੇਲਵੇ ਦੁਆਰਾ ਜਾਂ ਜਹਾਜ਼ਾਂ ਦੁਆਰਾ, ਸਮੁੰਦਰੀ ਜਹਾਜ਼ਾਂ ਦੁਆਰਾ ਜਾਂ ਜਿਹੜੇ ਹਵਾਈ ਜਹਾਜ਼ ਆ ਉਹਨਾਂ ਦੁਆਰਾ ਜਿਹੜਾ ਕਿਤੇ ਹੋਰ ਭੇਜਿਆ ਜਾਂਦਾ, ਹੋਰ ਦੇਸ਼ਾਂ 'ਚ ਭੇਜਿਆ ਜਾਂਦਾ ਹੈ ਜਾਂ ਵਿਦਨ ਇੰਡੀਆ ਭੇਜਿਆ ਜਾਂਦਾ ਹੈ, ਉਹਦੇ ਉੱਤੇ ਜਿਹੜਾ ਟੈਕਸ ਹੈ ਕੇਂਦਰੀ ਸਰਕਾਰ ਲਗਾਉਂਦੀ ਹੈ ਔਰ ਕਲੈਕਟ ਵੀ ਉਹੀ ਕਰਦੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਚੈੱਕ ਹੁੰਦੇ ਆ, ਚੈੱਕ ਮਤਲਬ ਇੱਥੇ ਚੈੱਕ ਮਤਲਬ ਕਿਸੇ ਚੀਜ਼ ਨੂੰ ਚੈੱਕ ਕਰਨਾ ਨਹੀਂ, ਚੈੱਕ ਜਿਹੜੇ ਆਪਾਂ ਬੈਂਕ ਚੈੱਕ ਦੀ ਗੱਲ ਮੈਂ ਕਰ ਰਿਹਾ। ਤੇ ਜਿਹੜੇ ਬੈਂਕ ਚੈੱਕ ਹੁੰਦੇ ਆ ਜਾਂ ਪ੍ਰੋਮਿਸਰੀ ਨੋਟਸ ਹੁੰਦੇ ਆ ਜਾਂ ਐਕਸਚੇਂਜ ਨੋਟਸ ਹੁੰਦੇ ਆ ਜਾਂ ਇਨਕਮ ਫਰੋਮ ਰੇਲਵੇ ਜਿਹੜੀਆਂ ਹੁੰਦੀਆਂ ਉਹਨਾਂ ਔਰ ਜਿਹੜੀ ਪੋਸਟ ਆਫਿਸ ਤੋਂ ਆਮਦਨੀ ਹੁੰਦੀ ਹੈ ਉਹ ਸਾਰੇ ਕੇਂਦਰ ਸਰਕਾਰ ਇਹਨਾਂ ਉੱਤੇ ਜਿਹੜਾ ਹੈ ਟੈਕਸ ਲਗਾਉਂਦੀ ਹੈ ਔਰ ਕੇਂਦਰ ਸਰਕਾਰ ਦਾ ਆਮਦਨੀ ਦਾ ਬਹੁਤ ਮਹੱਤਵਪੂਰਨ ਸਰੋਤ ਹੈ। ਹੁਣ ਤੁਹਾਨੂੰ ਇਹਦੇ ਵਿੱਚ ਕੋਈ ਡਾਊਟ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ। ਜਿਹੜੇ ਬੱਚਿਆਂ ਨੇ ਕਲਾਸ, ਸਿਰਫ 5 ਬੱਚਿਆਂ ਨੇ ਕਲਾਸ ਲਗਾਈ ਤੇ ਕੱਲ ਤਾਂ ਕਹਿੰਦੇ ਸਾਰੇ ਕਹਿੰਦੇ ਸੀਗੇ ਕਿ ਅਸੀਂ ਕਲਾਸ ਲਗਾਵਾਂਗੇ। ਹਾਂਜੀ ਹਾਂਜੀ, ਮੈਂ ਪੁੱਛਾਂ ਮੈਂ 1 ਬਾय 1। ਕਾਜਲ ਤੁਹਾਨੂੰ ਲੱਗ ਗਿਆ ਪਤਾ ਕਿ ਦੁਬਾਰਾ ਦੱਸਾਂ? ਬੱਚੇ ਬੋਲਿਆ ਕਰੋ, ਇਦਾਂ ਨਹੀਂ ਮੈਨੂੰ ਪਤਾ ਲੱਗੇਗਾ ਕਿਉਂਕਿ ਆਨਲਾਈਨ ਕਲਾਸ ਲੱਗੀ ਹੈ, ਤੁਸੀਂ ਕਿਹੜਾ ਮੇਰੇ ਸਾਹਮਣੇ ਬੈਠੇ ਹੋ। ਹਾਂਜੀ ਕਾਜਲ ਦੱਸੋ। 1751 ਤੁਸੀਂ ਦੱਸੋ। ਹਾਂਜੀ ਸਰ, ਲੱਗ ਗਿਆ ਪਤਾ। ਮਤਲਬ ਇਹ ਸਾਰੇ ਟੈਕਸ ਵਗੈਰਾ ਤੋਂ ਹੀ ਇਹਨਾਂ ਨੂੰ ਮਤਲਬ ਹੁੰਦੀ ਨਾ। ਹਾਂ, ਇਹ ਆਮਦਨੀ ਦੇ ਸਰੋਤ ਹੈ ਕੇਂਦਰ ਸਰਕਾਰ ਦੇ ਬੇਸਿਕਲੀ। ਇਹਨਾਂ ਨੂੰ ਆਮਦਨੀ ਟੈਕਸ ਵਗੈਰਾ ਲਗਾ ਕੇ ਮਿਲਦੀ ਹੈ ਨਾ। ਹਾਂ, ਕੇਂਦਰ ਸਰਕਾਰ ਨੂੰ ਜਿਹੜੀ ਆਮਦਨੀ ਹੁੰਦੀ ਉਹ ਟੈਕਸ ਇਵਨ ਜਿਹੜੀਆਂ ਪ੍ਰਾਂਤੀ, ਹਾਂ ਜਿਹੜੀਆਂ ਇਵਨ ਪ੍ਰਾਂਤੀ, ਇਦਾਂ ਬੋਲਿਆ ਕਰੋ ਥੋੜਾ, ਤੁਹਾਨੂੰ ਵੀ ਮਜ਼ਾ ਆਊਗਾ ਕਲਾਸ ਦਾ ਕਿਉਂਕਿ ਆਨਲਾਈਨ ਕਲਾਸ ਰੱਖੀ ਹੋਈ ਬੱਚੇ। ਸਰ ਫਿਲਹਾਲ ਮੈਂ ਮਤਲਬ ਨਾ ਬੁੱਕ ਨਹੀਂ ਲਈ ਹੈਗੀ, ਇਸ ਕਰਕੇ ਥੋੜੀ ਅੰਡਰਸਟੈਂਡਿੰਗ ਜਾਂਦੀ ਪਈ ਆ ਪ੍ਰੋਬਲਮ, ਤੇ ਕੱਲ ਜੇ ਤੱਕ ਲੈ ਲੈਣੀ ਆ ਪੋਲੀਟੀਕਲ ਦੀ। ਹਾਂ ਲੈ ਲਓ, ਕਿਤਾਬ ਲੈ ਲਓ, ਕਿਤਾਬ ਲੈ ਲਓ, ਫਿਰ ਥੋੜਾ ਪੜ੍ਹ ਕੇ ਰੱਖਿਆ ਕਰੋ ਨਾ, ਫਿਰ ਠੀਕ ਰਹਿੰਦਾ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰਾਂਤੀ ਸਰਕਾਰਾਂ ਦੀ ਕਿ ਪ੍ਰਾਂਤੀ ਸਰਕਾਰਾਂ ਜਿਹੜੀਆਂ ਜਿੱਦਾਂ ਪੰਜਾਬ ਹੋ ਗਿਆ, ਹਿਮਾਚਲ ਪ੍ਰਦੇਸ਼ ਹੋ ਗਿਆ, ਹਰਿਆਣਾ ਹੋ ਗਿਆ, ਇਹ ਸਾਰੀਆਂ ਜਿਹੜੀਆਂ ਹੈਗੀਆਂ ਪ੍ਰਾਂਤੀ ਸਰਕਾਰਾਂ। ਠੀਕ ਹੈ ਜੀ। ਹੁਣ ਇਹ ਪ੍ਰਾਂਤੀ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਕਿੱਥੋਂ ਆਮਦਨੀ ਹੁੰਦੀ? ਹੁਣ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ, ਉਸ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਕਿ ਜਦੋਂ ਅਸੀਂ ਵਿੱਤੀ ਸੰਬੰਧਾਂ ਦੀ ਗੱਲ ਕਰਦੇ ਹਾਂ ਕੇਂਦਰ ਅਤੇ ਰਾਜਾਂ ਦੇ ਵਿਚਕਾਰ, ਤਾਂ ਉਹ ਵਿੱਤੀ ਸੰਬੰਧਾਂ ਦੇ ਸੰਦਰਭ ਦੇ ਵਿੱਚ ਵੀ ਕੇਂਦਰ ਸਰਕਾਰ ਜ਼ਿਆਦਾ ਸ਼ਕਤੀਸ਼ਾਲੀ, ਉਹਦੇ ਕੋਲ ਆਮਦਨੀ ਦੇ ਸਰੋਤ ਜ਼ਿਆਦਾ ਹੈ। ਉਹੀ ਤਾਂ ਹੀ ਉਹ ਆਪਣੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਉਹ ਜਿਹੜੀਆਂ ਪ੍ਰਾਂਤੀ ਸਰਕਾਰਾਂ ਉਹਨਾਂ ਉੱਤੇ ਡਿਕਟੇਟ ਕਰਦੀਆਂ। ਠੀਕ ਹੈ ਜੀ। ਹੁਣ ਸਟੇਟ ਗਵਰਨਮੈਂਟ ਦੇ ਦੇਖੋ, ਦ ਮੇਨ ਸੋਰਸਿਸ ਆਫ ਰੈਵਨਿਊ ਆਫ ਸਟੇਟ ਗਵਰਨਮੈਂਟਸ ਆਰ ਲੈਂਡ ਰੈਵਨਿਊ, ਭੂਮੀ ਕਰ। ਹੁਣ ਤੁਹਾਨੂੰ ਪਤਾ ਹੈ ਪੰਜਾਬ ਜਿੱਦਾਂ ਇੱਕ ਐਗਰੀਕਲਚਰਲ ਸਟੇਟ ਹੈਗੀ ਹੈ, ਪੰਜਾਬ ਦੇ ਵਿੱਚ ਜਿਹੜੇ ਜ਼ਿਆਦਾ ਲੋਕ ਹੈ ਖੇਤੀਬਾੜੀ ਕਰਦੇ ਆ। ਸੋ ਉਹ ਜਿਹੜੀ ਉਹਨਾਂ ਕੋਲ ਲੈਂਡ ਹੈ ਉਹਦੇ ਤੋਂ ਵੀ, ਉਹਦੇ ਉੱਤੇ ਵੀ ਜਿਹੜਾ ਹੈ ਟੈਕਸ ਲੱਗਦਾ, ਉਹਨੂੰ ਆਪਾਂ ਲੈਂਡ ਰੈਵਨਿਊ ਕਰਦੇ ਹਾਂ। ਇੱਕ ਸਟੇਟ ਗਵਰਨਮੈਂਟ ਦਾ ਇੱਕ ਇੰਪੋਰਟੈਂਟ ਜਿਹੜਾ ਹੈ ਸੋਰਸ ਹੈ, ਇਨਕਮ ਸਰੋਤ ਹੈ। ਫਿਰ ਟੈਕਸ ਔਨ ਐਗਰੀਕਲਚਰ, ਜਿਹੜੇ ਐਗਰੀਕਲਚਰਲ ਗੁੱਡਸ ਹੈਗੇ ਆ ਉਹਨਾਂ ਉੱਤੇ ਜਿਹੜਾ ਹੈਗਾ ਟੈਕਸ
ਜਿਹੜਾ ਹੈ ਲੱਗਦਾ ਹੈ। ਫਿਰ ਐਕਸਾਈਜ਼ ਡਿਊਟੀ ਔਨ ਓਪੀਅਮ ਟਬਾਕੋ ਐਂਡ ਇੰਟੌਕਸੀਕੈਂਟਸ। ਹੁਣ ਜਿਹੜੀ ਐਕਸਾਈਜ਼ ਡਿਊਟੀ ਹੈਗੀ ਹੈ ਮਤਲਬ ਜਿਹੜੇ ਨਸ਼ੀਲੇ ਪਦਾਰਥ ਹੈ ਉਹਦੇ ਤੋਂ ਸਟੇਟ ਗਵਰਨਮੈਂਟ ਨੂੰ ਵੀ ਆਮਦਨੀ ਹੁੰਦੀ ਹੈ। ਐਕਸਾਈਜ਼ ਡਿਊਟੀ ਜਿਹੜੀ ਹੈਗੀ ਹੈ ਬੇਸਿਕਲੀ ਉਹ ਸਟੇਟ ਦੀ ਮੁੱਖ ਆਮਦਨੀ ਦਾ ਸਰੋਤ ਹੈ। ਅਗਰ ਪੰਜਾਬ ਵਰਗੀ ਰਾਜ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜਾ ਟੈਕਸ ਹੈਗਾ ਉਹ ਜਿਹੜਾ ਹੈ ਜ਼ਿਆਦਾ ਪੈਸਾ ਜਿਹੜਾ ਸ਼ਰਾਬ ਦੀਆਂ ਆਈਟਮਾਂ ਜਾਂ ਸਿਗਰਟ ਤੋਂ ਜ਼ਿਆਦਾ ਰੈਵਨਿਊ ਜਿਹੜਾ ਹੈ ਕਲੈਕਟ ਜਿਹੜਾ ਉਹ ਹੁੰਦਾ। ਤੁਹਾਨੂੰ ਪਤਾ ਹੋਣਾ ਕਿ ਜਦੋਂ ਲੋਕਡਾਊਨ ਲੱਗਿਆ ਸੀ ਤਾਂ ਲੋਕ ਸਰ ਹਾਂਜੀ ਮੈਨੂੰ ਭੂਮਿਕਾ ਤੋਂ ਬਾਅਦ ਸੈਕਿੰਡ ਵਾਲਾ ਪੁਆਇੰਟ ਹੈ ਨਾ ਉਹ ਮਤਲਬ ਨਹੀਂ ਪਤਾ ਲੱਗਾ, ਤੁਸੀਂ ਦੁਬਾਰਾ ਤੋਂ ਸਮਝਾ ਸਕਦੇ ਹੋ? ਕਿਹੜੇ ਦੇ ਵਿੱਚ ਕੇਂਦਰ ਵਾਲੇ ਕੇਂਦਰ ਵਾਲੇ ਨਹੀਂ ਹਾਂਜੀ ਉਹ ਤੇ ਸਮਝ ਆ ਗਿਆ, ਲੇਕਿਨ ਆ ਪ੍ਰਾਂਤੀ ਸਰਕਾਰ ਦੀ ਜਿਹੜੇ ਆਮਦਨ ਦੇ ਮਤਲਬ ਹੈਗੇ ਆ ਸਾਧਨ ਇਹਦੇ ਵਿੱਚ ਭੂਮਿਕਾ ਤੇ ਪਤਾ ਲੱਗ ਗਿਆ, ਲੇਕਿਨ ਸੈਕਿੰਡ ਵਾਲਾ ਨਹੀਂ ਪਤਾ ਲੱਗਾ। ਸੈਕਿੰਡ ਪੁਆਇੰਟ ਜਿਹੜਾ ਸੈਕਿੰਡ ਪੁਆਇੰਟ ਹੈਗਾ ਐਕਸਾਈਜ਼ ਡਿਊਟੀ ਔਨ ਓਪੀਅਮ ਟਬਾਕੋ ਐਂਡ ਇੰਟੌਕਸੀਕੈਂਟਸ। ਓਪੀਅਮ ਕਹਿੰਦੇ ਆਪਾਂ ਭੰਗ ਨੂੰ ਹਾਂਜੀ ਭੰਗ ਉੱਤੇ ਵੀ ਟੈਕਸ ਲੱਗਦਾ। ਠੀਕ ਹੈ ਹੁਣ ਲੱਗੀ ਗੱਲ ਸਮਝ? ਹਾਂ ਏਦਾਂ ਹਾਂਜੀ ਪੁੱਛਿਆ ਕਰੋ ਨਾ ਤੁਹਾਨੂੰ ਫਿਰ ਤਾਂ ਹੀ ਕਲੀਅਰ ਹੋਊਗਾ ਨਾ। ਸ਼ਾਬਾਸ਼ ਗੁੱਡ ਠੀਕ ਹੈ ਕੋਈ ਗੱਲ ਨਹੀਂ। ਫਿਰ ਟਬਾਕੋ ਹੁੰਦਾ ਤਮਾਕੂ, ਠੀਕ ਹੈ ਜੀ। ਤਮਾਕੂ ਉੱਤੇ ਵੀ ਜਿਹੜਾ ਟੈਕਸ ਦੇਣਾ ਪੈਂਦਾ, ਉਹ ਵੀ ਇੱਕ ਆਮਦਨੀ ਦਾ ਸਰੋਤ ਹੈ। ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਜਿਹੜੀਆਂ ਹੋਰ ਨਸ਼ੀਲੀਆਂ ਪਦਾਰਥ ਹੈਗੇ ਜਿੱਦਾਂ ਸ਼ਰਾਬ ਹੋ ਗਈ, ਸਿਗਰਟਸ ਹੋ ਗਈਆਂ, ਉਹਨਾਂ ਉੱਤੇ ਵੀ ਟੈਕਸ ਲੱਗਦਾ। ਤੁਹਾਨੂੰ ਪਤਾ ਇਹਨਾਂ ਦਾ ਕਿੰਨਾ ਟੈਕਸ ਲੱਗਦਾ ਹੈ ਪੰਜਾਬ 'ਚ? ਕਿੰਨਾ ਟੈਕਸ ਹੈ ਇਹਨਾਂ ਚੀਜ਼ਾਂ ਉੱਤੇ? 56% ਟੈਕਸ ਹੈ ਇਹਨਾਂ ਉੱਤੇ। ਸੋ ਇਹਨਾਂ ਉੱਤੇ ਬੇਸਿਕਲੀ ਜਿਹੜਾ ਹੈਗਾ 56% ਜਿਹੜਾ ਹੈ ਇਹਦੇ ਉੱਤੇ ਟੈਕਸ ਜਿਹੜਾ ਹੈ ਉਹ ਲੱਗਦਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਜੀ ਅਗਲਾ ਜਿਹੜਾ ਟੈਕਸ ਹੈ ਹਾਊਸ ਟੈਕਸ। ਜਿਹੜੇ ਜਦੋਂ ਅਸੀਂ ਘਰ ਬਣਾਉਂਦੇ ਹਾਂ ਉਸ ਘਰ ਦੇ ਵਿੱਚ ਸ਼ਿਫਟ ਕਰਦੇ ਹਾਂ ਜਾਂਦੇ ਹਾਂ ਤਾਂ ਉਸ ਘਰ ਦੇ ਵਿੱਚ ਅੱਗੇ ਟੈਕਸ ਹਾਊਸ ਟੈਕਸ ਲੱਗਦਾ ਹੁੰਦਾ ਸੀ। ਹੁਣ ਹਾਊਸ ਟੈਕਸ ਨਹੀਂ ਲੱਗਦਾ, ਹੁਣ ਪ੍ਰੋਪਰਟੀ ਟੈਕਸ ਲੱਗਦਾ। ਮਤਲਬ ਜਿਹੜੀ ਤੁਸੀਂ ਪ੍ਰੋਪਰਟੀ ਖਰੀਦਦੇ ਹੋ ਜਾਂ ਵੇਚਦੇ ਹੋ ਉਹਦੇ ਉੱਤੇ ਵੀ ਟੈਕਸ ਲੱਗਦਾ ਹੈ। ਅਗਰ ਉਹ ਇਹ ਜਿਹੜਾ ਟੈਕਸ ਹੈ ਹਰ ਸਾਲ ਲੱਗਦਾ ਤੁਹਾਨੂੰ, ਚਾਹੇ ਬਣਿਆ ਹੋਇਆ ਘਰ ਹੈ, ਚਾਹੇ ਪਲਾਟ ਹੈ, ਚਾਹੇ ਹੋਰ ਕੋਈ ਚੀਜ਼ ਹੈ, ਉਹਦੇ ਉੱਤੇ ਟੈਕਸ ਲੱਗਦਾ। ਇਹ ਜਿਹੜੀ ਪ੍ਰਾਂਤੀ ਸਰਕਾਰ ਹੁੰਦੀ ਉਸਦੀ ਆਮਦਨੀ ਦਾ ਜਿਹੜਾ ਹੈਗਾ ਮੁੱਖ ਜਿਹੜਾ ਹੈਗਾ ਉਹ ਸਰੋਤ ਹੈਗਾ। ਫਿਰ ਅਗਲਾ ਹੈਗਾ ਜੀ ਸੇਲ ਟੈਕਸ ਔਨ ਕੰਜ਼ੰਪਸ਼ਨ ਆਫ ਇਲੈਕਟ੍ਰਿਸਿਟੀ। ਹੁਣ ਸੇਲ ਦਾ ਮਤਲਬ ਕੀ ਹੁੰਦਾ? ਕਿਸੇ ਚੀਜ਼ ਨੂੰ ਵੇਚਣਾ। ਹੁਣ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਹੈ ਜਾਂ PPCL ਹੈ ਉਹ ਸਾਨੂੰ ਬਿਜਲੀ ਪ੍ਰੋਡਿਊਸ ਕਰਦੀ ਹੈ ਔਰ ਵੇਚਦੀ ਹੈ ਸਰ। ਸੋ ਉਹਨੂੰ ਆਪਾਂ ਕਹਿੰਦੇ ਆ ਸੇਲ ਟੈਕਸ। ਜਿਹੜੀ ਚੀਜ਼ ਅਸੀਂ ਵੇਚਦੇ ਆ ਉਹਦੇ ਉੱਤੇ ਜਿਹੜਾ ਕਰ ਲੱਗਦਾ ਹੈ ਉਹਨੂੰ ਆਪਾਂ ਜਿਹੜਾ ਹੈਗਾ ਸੇਲ ਟੈਕਸ ਕਿਹਾ ਜਾਂਦਾ ਹੈ। ਹੁਣ ਜਿੱਦਾਂ ਬਿਜਲੀ ਹੈ, ਪਾਣੀ ਹੈ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਸੇਲ ਟੈਕਸ ਲੱਗਦਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਹੈਗਾ ਟੋਲ ਟੈਕਸ। ਟੋਲ ਟੈਕਸ ਦਾ ਤੁਹਾਨੂੰ ਪਤਾ ਹੈ ਜਦੋਂ ਆਪਾਂ ਕਿਤੇ ਬਾਹਰ ਘੁੰਮਣ ਫਿਰਨ ਜਾਂਦੇ ਹਾਂ ਰਸਤੇ 'ਚ ਟੋਲ ਪਲਾਜ਼ੇ ਆਉਂਦੇ। ਅੱਜ ਕੱਲ੍ਹ ਤਾਂ ਸਾਰੇ ਕਿਸਾਨਾਂ ਨੇ ਜਾਮ ਕੀਤੇ ਹੋਏ ਆ, ਕੋਈ ਟੈਕਸ ਨਹੀਂ ਲੱਗ ਰਿਹਾ, ਨਹੀਂ ਤਾਂ ਅਦਰਵਾਈਜ਼ ਟੋਲ ਟੈਕਸ ਜਿਹੜਾ ਸੀਗਾ ਉਹ ਲੱਗਦਾ ਹੁੰਦਾ ਸੀ। ਫਿਰ ਇਹਦੇ ਵਿੱਚੋਂ ਕੁਝ ਜਿਹੜੇ ਟੈਕਸਿਸ ਹੈਗੇ ਆ, ਕਿਉਂਕਿ GST ਆ ਗਿਆ ਹੈਗਾ, ਗੁੱਡਸ ਐਂਡ ਸਰਵਿਸਿਜ਼ ਟੈਕਸ ਆ ਗਿਆ, ਇਸ ਕਰਕੇ ਕੁਝ ਜਿਹੜੇ ਟੈਕਸਿਸ ਆ ਉਹਦੇ ਵਿੱਚ ਜਿਹੜਾ ਹੈਗਾ ਮਰਜ ਕਰ ਦਿੱਤੇ ਗਏ। ਸੋ ਕਿਹੜੇ ਮਰਜ ਕੀਤੇ ਗਏ? ਐਨੀਮਲ ਟੈਕਸ ਹੋ ਗਿਆ, ਬੋਟ ਟੈਕਸ ਹੋ ਗਿਆ, ਫਿਰ ਪ੍ਰੋਫੈਸ਼ਨਲ ਟੈਕਸ। ਇੱਕ ਆਮਦਨੀ ਉੱਤੇ ਜਿਹੜਾ ਹੈ ਪ੍ਰੋਫੈਸ਼ਨਲ ਟੈਕਸ ਲੱਗਦਾ 200 ਰੁਪਇਆ ਸਾਲ ਦਾ। ਸਾਡਾ ਜਿੱਦਾਂ ਅਸੀਂ ਕਾਲਜ 'ਚ ਕੰਮ ਕਰਦੇ ਹਾਂ ਜਾਂ ਕੁਝ ਲੋਕ ਸਕੂਲਾਂ 'ਚ ਕੰਮ ਕਰਦੇ ਆ ਤਾਂ ਸੋ ਉਹਨਾਂ ਨੂੰ ਸਾਲ ਦਾ 200 ਰੁਪਇਆ ਐਕਸਟਰਾ ਜਿਹੜਾ ਹੈ ਇੱਕ ਪ੍ਰੋਫੈਸ਼ਨਲ ਟੈਕਸ ਦੇਣਾ ਪੈਂਦਾ। ਤੁਸੀਂ ਕੀ ਕੰਮ ਕਰ ਰਹੇ ਹੋ ਉਹਦਾ ਟੈਕਸ ਦੇਣਾ। ਜਿੱਦਾਂ ਡਾਕਟਰ ਹੈਗੇ ਆ, ਜਿੱਦਾਂ ਇੰਜੀਨੀਅਰ ਹੈਗੇ ਆ, ਜਿੱਦਾਂ ਹੋਰ ਵਿਅਕਤੀ ਹੈਗੇ ਉਹ ਇਹ ਟੈਕਸ ਜਿਹੜਾ ਦਿੰਦੇ ਆ, ਸੈਲਰੀਡ ਪੇਸ਼ਾ। ਹੁਣ ਇਹ ਤਾਂ ਹੋ ਗਏ ਆਮਦਨੀ ਦੇ ਸਰੋਤ ਕੇਂਦਰ ਸਰਕਾਰ ਦੇ ਔਰ ਰਾਜ ਸਰਕਾਰਾਂ ਦੇ। ਹੁਣ ਆਪਾਂ ਗੱਲ ਕਰਨੀ ਹੈ ਤੁਹਾਡੇ ਨਾਲ, ਮੈਂ ਇੱਥੇ ਇੱਕ ਡਾਕੂਮੈਂਟ ਸ਼ੇਅਰ ਕੀਤਾ ਹੋਇਆ, ਤੁਹਾਨੂੰ ਦਿਖ ਰਿਹਾ ਸਾਰਿਆਂ ਨੂੰ? ਹਾਂਜੀ ਆਰਤੀ ਤੁਹਾਨੂੰ ਦਿਖ ਰਿਹਾ? ਆਰਤੀ ਤੁਹਾਨੂੰ ਡਾਕੂਮੈਂਟ ਦਿਖ ਰਿਹਾ? 1751 ਤੁਹਾਨੂੰ ਡਾਕੂਮੈਂਟ ਦਿਖ ਰਿਹਾ? ਹਾਂਜੀ ਸਰ। ਅੱਛਾ, ਇੱਥੇ
आ लिखा हुआ है the Indian Constitution has elaborate provisions regarding the distribution of एक मिनट इन्हों मैं बंद करता हूँ सारे मैं थल्ले कर दूंगा हाँ इत्थे लिखा हुआ है कि भारत का जिहड़ा संविधान है उहदे विच इदां दीयां जिहड़ियां व्यवस्थावां कीतियां गईयां जिहदे विच जिहड़ी केंद्रीय सरकार है और राज्य सरकारां है उन्हां विचकार आमदनी के स्रोतां दी आमदनी नूं वंडण लई व्यवस्था कीती गई है किहड़ियां धारावां हैगियां आर्टिकल 268 टू 293 जिहड़ियां भारत के संविधान दे विच धारा 268 तो लैके 293 तक ਜਿਹੜਾ ਇਹ ਜਿਹੜਾ ਚੈਪਟਰ ਕਿਹੜਾ ਹੈ 12ਵੇਂ ਚੈਪਟਰ ਦੇ ਵਿੱਚ ਦਿੱਤਾ ਗਿਆ ਜਿਹੜਾ ਸੰਵਿਧਾਨ ਦੇ ਵਿੱਚ 12ਵਾਂ ਅਧਿਆਇ ਹੈ ਉਹਦੇ ਵਿੱਚ ਧਾਰਾ 268 ਤੋਂ 293 ਤੱਕ ਜਿਹੜਾ ਹੈ ਫਾਈਨੈਂਸ਼ੀਅਲ ਰਿਲੇਸ਼ਨਸ ਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਹੁਣ ਇੱਥੇ ਪਹਿਲਾ ਹੈਗਾ ਇਹਦੇ ਵਿੱਚ ਟੈਕਸਿਸ ਐਂਡ ਡਿਊਟੀਜ਼ ਲੈਵੀਡ ਬਾਈ ਯੂਨੀਅਨ ਬਟ ਕਲੈਕਟਡ ਐਂਡ ਅਪਰੋਪਰੀਏਟ ਟੂ ਸਟੇਟਸ ਇਹਦਾ ਕੀ ਮਤਲਬ ਹੋਇਆ ਪੰਜਾਬੀ ਚ ਮੈਂ ਦੱਸਦਾ ਤੁਹਾਨੂੰ ਕਿ ਇਹੋ ਜਿਹੇ टैक्स ਅਤੇ ਕਰ ਜਿਹੜੇ ਕਿ ਕੇਂਦਰੀ ਸਰਕਾਰ ਲਗਾਉਂਦੀ ਹੈ ਇਕੱਠੇ ਕਰਦੀ ਬਟ ਇਹ ਕਲੈਕਟ ਕੌਣ ਕਰਦਾ ਹੈ ਕਲੈਕਟ ਕੇਂਦਰੀ ਸਰਕਾਰ ਕਰਦੀ ਹੈ ਅਤੇ ਅੱਗੇ ਰਾਜਾਂ ਨੂੰ ਖਰਚਣ ਵਾਸਤੇ ਵੰਡ ਦਿੰਦੀ ਹੈ ਰਾਜਾਂ ਨੂੰ ਖਰਚਣ ਵਾਸਤੇ ਵੰਡ ਦਿੰਦੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਕਰ ਆਉਂਦੇ ਆ ਇਹਦੇ ਵਿੱਚ ਆਉਂਦੀ ਹੈ ਸਟੈਂਪ ਡਿਊਟੀ ਆ ਜਾਂਦੀ ਹੈ ਡਿਊਟੀਜ਼ ਔਨ ਐਕਸਾਈਜ਼ ਆਫ ਮੈਡੀਕਲ and toilet preparation समझते हो की हुंदा कोई जाना दस्से मैं 1752 हाँ जी सर टॉयलेट प्रैपरेशंस की हुंदियां ते लिखा हुआ है टॉयलेट प्रैपरेशंस की हुंदियां जिद्दां ਜਿਹੜੇ टॉयलेट पेपर यूज ਹੁੰਦਾ ਹੈ ਜਾਂ ਹੋਰ ਹੁੰਦਾ ਹੈ ਜਿਹੜਾ ਉਹਦੇ ਤੋਂ ਟੈਕਸ ਆਂਦਾ ਹੈ ठीक है वो कौन लैवी करता है वो कौन लगाता है सेंट्रल गवर्नमेंट लगाता है ठीक है ते कलैक्ट कौन करता है कलैक्ट भी सेंट्रल गवर्नमेंट करती है इकट्ठे भी सेंट्रल गवर्नमेंट करती है कर पर ये किनू दिते जाते हैं सारे कर एक पैसे किनू दिते जाते हैं ये राज्यों को पैसे जिहड़े है दिते जाते हैं सच ड्यूटीज आर लेविड इन यूनियन टेरिटरीज वेयर they are collected by the union government and proceed these duties within state assigned state do not ठीक है जी सो ये ਜਿਹੜੇ ਹੈ ਕਾਰ ਕੁਝ ਹੈਗੇ ਹੁਣ ਅਗਲਾ ਜਿਹੜਾ ਪੁਆਇੰਟ ਇਹਦੇ ਵਿੱਚ ਹੈਗਾ ਹੈ taxes collect are levied and collected by central but given to states ठीक है taxes levied and collected by center and distribution among 270 ਧਾਰਾ 270 ਹੁਣ ਆ 269 ਹੈ ਇਹਦੇ ਵਿੱਚ ਕੀ ਹੈ ਆ मैं इत्थे अंडरलाइन भी किया टैक्सिड कर ਇਹੋ ਜਿਹੇ कर ਜਿਹੜੇ कि केंद्रीय सरकार इकट्ठे करती है राज्य सरकारां नूं दिते जांदे है आर लेविड किहड़े सक्सैशन ड्यूटी इन रिस्पैक्ट ऑफ प्रॉपर्टी एंड अदर एग्रीकल्चर लैंड सक्सैशन की हुंदा पता किसी नूं जिहड़ी पैतृक संपत्ति हुंदी है ਉਹਦੇ ਉੱਤੇ ਲੱਗਣ ਵਾਲੇ ਟੈਕਸ ਅਤੇ ਜਿਹੜੀ ਭੂਮੀ ਹੁੰਦੀ ਹੈ ਵਾਈ ਲਾਇਕ ਭੂਮੀ ਹੁੰਦੀ ਹੈ ਉਹਦੇ ਉੱਤੇ ਤੋਂ ਇਕੱਠੇ ਹੋਣ ਵਾਲਾ ਟੈਕਸ ਜਿਹੜਾ ਹੈ ਉਹ ਇਹਦੇ ਵਿੱਚ ਆਉਂਦਾ ਹੈ ਫਿਰ ਸਟੇਟ ਡਿਊਟੀ ਆਉਂਦੀ ਹੈ ਫਿਰ ਟਰਮੀਨਲ ਟੈਕਸਿਸ ਆ ਜਾਂਦੇ ਆ ਫਿਰ ਟੈਕਸਿਸ ਔਨ ਰੇਲਵੇ ਫੇਅਰਸ ਸੋ ਇਹ ਕਿਹੜੀ ਧਾਰਾ ਦੇ ਅਧੀਨ ਜਿਹੜੇ ਆ ਲਗਾਏ ਜਾਂਦੇ ਟੈਕਸ ਸੰਵਿਧਾਨ ਦੀ ਧਾਰਾ 269 ਦੇ ਅਧੀਨ ਜਿਹੜੇ ਆ ਇਹ ਲਗਾਏ ਜਾਂਦੇ ਠੀਕ ਹੈ ਜੀ ਸੋ ਇਹ ਟੈਕਸਿਸ ਕੀ ਹੈ ਇਹ ਕੌਣ ਇਕੱਠੇ ਕਰਦਾ ਹੈ ਇਹ ਕੇਂਦਰੀ ਸਰਕਾਰ ਇਕੱਠੇ ਕਰਦੀ ਹੈ ਪਰ ਇਹ ਰਾਜਾਂ ਨੂੰ ਦੇ ਦਿੱਤੇ ਜਾਂਦੇ ਠੀਕ ਹੈ ਫਿਰ ਹੁਣ 270 ਦੇਖ ਲੈਂਦੇ ਆਪਾਂ ਟੈਕਸਿਸ ਲੈਵਿਡ ਐਂਡ ਕਲੈਕਟਡ ਬਾਈ ਯੂਨੀਅਨ डिस्ट्रीब्यूटेड बिटवीन यूनियन एंड स्टेट्स मैं इस करके इंग्लिश भी बोल रहे हैं क्योंकि कुछ बच्चे इंग्लिश मीडियम वाले भी हैगे है साडे क्लास दे विच उन्हां लई भी जिहड़ा है फायदेमंद होएगा सो ਇਹੋ ਜਿਹੇ कर ਜਿਹੜੇ कि केंद्रीय सरकार इकट्ठे करती है पर ये कर ਜਿਹੜੇ है
ਉਹ ਕੇਂਦਰੀ ਸਰਕਾਰ ਔਰ ਰਾਜ ਸਰਕਾਰਾਂ ਦੇ ਵਿਚਕਾਰ ਜਿਹੜੇ ਆ ਵੰਡ ਦਿੱਤੇ ਜਾਂਦੇ, ਵਿਚਕਾਰ ਵੰਡੇ ਜਾਂਦੇ ਆ। ਕਿਹੜੇ ਕਿਹੜੇ ਟੈਕਸਿਸ ਆਉਂਦੇ ਇਹਦੇ ਵਿੱਚ? ਠੀਕ ਹੈ, ਇਹਦੇ ਵਿੱਚ ਉਹ ਸਾਰੇ ਟੈਕਸ ਆ ਜਾਂਦੇ ਆ ਜਿਨ੍ਹਾਂ ਦਾ ਮੈਂਸ਼ਨ, ਜਿਨ੍ਹਾਂ ਦਾ ਜਿਹੜਾ ਵਰਣਨ ਕੇਂਦਰੀ ਸੂਚੀ ਦੇ ਵਿੱਚ ਕੀਤਾ ਗਿਆ ਜਾਂ ਜਿਹੜੇ ਸਰੋਤ ਹੈਗੇ ਆ ਆਮਦਨੀ ਦੇ ਉਹਦੇ ਵਿੱਚ ਕੀਤਾ ਗਿਆ, ਉਹ ਸਾਰੇ ਟੈਕਸ ਜਿਹੜੇ ਆ ਉਹ ਇਹਦੇ ਵਿੱਚ ਆ ਜਾਂਦੇ। ਜਿੱਦਾਂ ਇਨਕਮ ਟੈਕਸ ਦੀ ਆਪਾਂ ਗੱਲ ਕਰੀਏ, ਆਮਦਨੀ ਕਰ ਦੀ ਗੱਲ ਕਰੀਏ, ਤੇ ਆਮਦਨੀ ਕਰ ਲਗਾਉਂਦਾ ਕੌਣ ਹੈ? ਕੇਂਦਰ ਸਰਕਾਰ ਲਗਾਉਂਦੀ। ਇਕੱਠੇ ਕੌਣ ਕਰਦੀ ਹੈ? ਕੇਂਦਰ ਸਰਕਾਰ ਇਕੱਠੇ ਕਰਦੀ ਹੈ। ਠੀਕ ਹੈ ਜੀ, ਕੇਂਦਰੀ ਸਰਕਾਰ ਇਕੱਠੇ ਕਰਦੀ ਹੈ। ਇਹ ਹੁਣ ਤੁਸੀਂ ਲੀਵ ਕਿਉਂ ਕਰੀ ਜਾ ਰਹੇ ਬੱਚੇ ਕਲਾਸ? ਸਭ ਵਿੱਚ ਲਿੰਕ ਟੁੱਟ ਜਾਂਦਾ। ਠੀਕ ਹੈ ਫਿਰ, ਠੀਕ ਹੈ ਜੀ। ਸੋ ਬਾਕੀ ਦਾ ਜਿਹੜਾ ਪੋਰਸ਼ਨ ਹੈ ਇਸ ਲੈਕਚਰ ਦਾ, ਪਰਸੋਂ ਆਪਾਂ ਇਹਨੂੰ ਕੰਪਲੀਟ ਕਰਾਂਗੇ, ਕਿਉਂਕਿ ਮੈਂ ਥੋੜਾ ਜਿਹਾ ਹੌਲੀ ਚੱਲਣਾ ਹੈ, ਕਿਉਂਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਸਮਝਾਉਣਾ। ਸੋ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਹੈ ਇੱਥੇ ਹੀ ਇਹਨੂੰ ਜਿਹੜਾ ਹੈ ਵਿਰਾਮ ਦਿੰਦਾ। ਕੱਲ ਤੁਹਾਡੀ ਜਿਹੜੀ ਹੈ, ਕਿਉਂਕਿ ਕੱਲ ਮੇਰਾ ਵੋਟਰ ਅਵੇਅਰਨੈਸ ਕੈਂਪ ਹੈਗਾ, ਸੋ ਕੱਲ ਤੁਹਾਡੀ ਜਿਹੜੀ ਲਾਈਵ ਕਲਾਸ ਨਹੀਂ ਲੱਗੂਗੀ, ਲੇਕਿਨ ਮੈਂ ਤੁਹਾਨੂੰ ਕੱਲ ਵੀਡੀਓ ਸ਼ੇਅਰ ਕਰੂੰਗਾ। ਅਗਲਾ ਟੌਪਿਕ ਜਿਹੜਾ ਹੈਗਾ ਤੁਹਾਡੇ ਸਿਲੇਬਸ ਦਾ ਜਿਹੜਾ ਅਗਲਾ ਟੌਪਿਕ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਬਹੁਤ ਬਹੁਤ ਧੰਨਵਾਦ ਜਿਹੜੇ ਬੱਚਿਆਂ ਨੇ ਅੱਜ ਲੈਕਚਰ ਲਾਇਆ, ਤੇ ਬਾਕੀ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ ਕਿ ਉਹ ਜਿਹੜੀ ਹੈ ਲਾਈਵ ਕਲਾਸ ਜਿਹੜੀ ਹੈ ਉਹ ਲਗਾਉਣ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਓਕੇ, ਮੈਂ ਇਹ ਲੈਕਚਰ ਵੀ ਤੁਹਾਨੂੰ ਜਿਹੜਾ ਹੈ, ਜਿਹੜੇ ਬੱਚਿਆਂ ਨੇ ਲੇਟ ਜੁਆਇਨ ਕੀਤਾ, ਇਹ ਲੈਕਚਰ ਵੀ ਤੁਹਾਨੂੰ ਗਰੁੱਪ ਦੇ ਵਿੱਚ ਜਿਹੜਾ ਹੈ ਪਾ ਦਿੰਦਾ ਆਪਣੀ WhatsApp ਗਰੁੱਪ ਦੇ ਵਿੱਚ ਜਦੋਂ ਅਪਲੋਡ ਹੋ ਜਾਂਦਾ। ਠੀਕ ਹੈ ਜੀ, ਬਾਕੀ ਜਾਣੇ ਵੀ ਇਹਨੂੰ ਜਿਹੜਾ ਹੈ ਸੁਣ ਲੈਣ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।